Hello everyone, myself Manpreet and welcome to ਤੁਹਾਡਾ ਨਰਸਿੰਗ ਸਕੂਪ YouTube ਚੈਨਲ ਤੇ। ਸੋ ਇਨ ਲਾਸਟ ਡੇਜ਼ ਮੈਂ GMCH ਸਟਾਫ ਨਰਸ 2019 ਦਾ ਪਾਰਟ 1 ਅਪਲੋਡ ਕੀਤਾ ਸੀਗਾ। So in this video I'll continue with the part 2 MCQs of GMCH staff nurse 2019 paper. So if you are visiting this channel first time and अगर तुसीं अजे तक चैनल ਨੂੰ सब्सक्राइब नहीं ਕੀਤਾ then do subscribe the channel so that ਆਉਣ ਵਾਲੀ ਹਰ ਵੀਡੀਓ ਦੀ ਤੁਹਾਨੂੰ timely notification ਮਿਲੇ। Okay, so let's start with the first question of today's video. So arrange the following events in order of their occurrence in panic circle. So panic circle और panic attack both are same. So panic attack is a neurotic disorder. ठीक है, ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਕਿ ਸਾਈਕੈਟਰੀ ਦੇ ਵਿੱਚ ਦੋ ਟਾਈਪ ਦੇ ਨਾਲ ਡਿਸਆਰਡਰ ਹੁੰਦੇ ਆ। one is psychosis and second one is the neurosis. So जो panic attack and anxiety these comes under the neurotic category. So these are the mild form of the psychiatric disorders and usually this can be treated with the counseling and psychotherapies. ਸੋ ਇਸ ਕੁਐਸਚਨ ਦੇ ਵਿੱਚ ਤੁਸੀਂ ਜੋ ਪੈਨਿਕ ਅਟੈਕ ਦੇ ਵਿੱਚ ਸੀਕੁਐਂਸ ਬਣਦੀ ਹੈ ਈਵੈਂਟਸ ਦੀ ਉਹਨੂੰ ਤੁਸੀਂ ਇੱਕ ਅਰੇਂਜਮੈਂਟ ਦੇ ਵਿੱਚ ਲਗਾਉਣਾ ਆ ਐਂਡ ਕੋਡ ਤੁਹਾਨੂੰ ਇੱਥੇ ਦਿੱਤੇ ਹੋਏ ਆ। ਸੋ ਇਹ ਜਿਹੜਾ ਕੁਐਸਚਨ ਹੈਗਾ ਆ ਦਿਸ ਇਜ਼ ਫਰੋਮ ਦੀ ਕਲਾਰਕ ਕੋਗਨੀਟਿਵ ਮਾਡਲ। ਠੀਕ ਹੈ, ਸੋ ਕਲਾਰਕ ਕੋਗਨੀਟਿਵ ਮਾਡਲ ਕੁਝ ਇਸ ਤਰ੍ਹਾਂ ਆ ਕਿ ਸਭ ਤੋਂ ਪਹਿਲਾਂ ਕੀ ਆਉਂਦਾ ਹੈ ਇੱਕ ਸਟਿਮੂਲਾ ਆ। ਠੀਕ ਹੈ, ਹੁਣ ਸਟਿਮੂਲਾ ਟ੍ਰਿਗਰ ਹੁੰਦਾ ਆ, ਇੰਟਰਨਲ ਵੀ ਹੋ ਸਕਦਾ ਤੁਹਾਡੇ ਆਪਣੇ ਮਾਈਂਡ ਚੋਂ ਵੀ ਹੋ ਸਕਦਾ ਆ ਐਂਡ ਐਕਸਟਰਨਲ ਤੁਹਾਡੇ এনवायरमेंट ਚੋਂ ਸਰਾਊਂਡਿੰਗ ਚੋਂ ਵੀ ਸਟਿਮੂਲਾ ਟ੍ਰਿਗਰ ਹੋ ਸਕਦਾ। ਠੀਕ ਹੈ, ਹੁਣ ਕੀ ਆ ਡੈਟ ਪਰਸਨ ਪਰਸੀਵ ਡੈਟ ਸਟਿਮੂਲਾਈ ਐਜ਼ ਅ ਥ੍ਰੈਟ। ਠੀਕ ਹੈ, ਹੁਣ ਉਹਨੂੰ ਕੀ ਆ ਥ੍ਰੈਟ ਲੱਗਾ ਉਹ ਸਟਿਮੂਲਾਈ ਐਂਡ ਉਹਦੇ ਨਾਲ ਕੀ ਹੋਊਗਾ ਵੈਨ ਦਾ ਪਰਸਨ ਪਰਸੀਵ ਡੈਟ ਸਟਿਮੂਲਾਈ ਐਜ਼ ਥ੍ਰੈਟਫੁਲ then person will feel worry। ਠੀਕ ਹੈ, ਸੋ worry and apprehension means ਕਿ anxiety feel ਹੋਏਗੀ ਇੱਥੇ person ਨੂੰ। ਠੀਕ ਹੈ, ਹੁਣ ਜਦੋਂ anxiety ਦੀ ਫੀਲਿੰਗ ਆਏਗੀ ਦੈਨ ਕੀ ਹੋਊਗਾ ਬੋਡੀ ਸੈਂਸੇਸ਼ਨ ਸਟਾਰਟ ਹੋ ਜਾਣਗੀਆਂ। ਸੋ ਬੋਡੀ ਸੈਂਸੇਸ਼ਨ ਦੇ ਵਿੱਚ ਕੀ ਆ ਕਿ ਹਾਰਟ ਬੀਟ ਫਾਸਟ ਹੋਊਗੀ, ਸਵੈਟਿੰਗ ਹੋਊਗੀ, ਹੈਡੇਕ ਹੋਊਗਾ, ਦੈਨ ਮਸਲ ਰਿਲੈਕਸੇਸ਼ਨ ਨਹੀਂ ਹੋਊਗੀ ਐਂਡ ਇੱਦਾਂ ਦੇ ਬੋਡੀ ਸਿੰਪਟਮਸ ਆਉਣਗੇ। ਠੀਕ ਹੈ, ਸੋ ਇਫ ਦਿਸ ਕੰਟੀਨਿਊਸ, ਠੀਕ ਹੈ, ਇਹ ਸਾਰਾ ਅਗਰ ਪ੍ਰੋਸੈਸ ਕੰਟੀਨਿਊ ਰਹਿੰਦਾ ਕਿ ਸਟਿਮੂਲਾਈ ਵੀ ਰਹਿੰਦਾ ਆ, ਪਰਸਨ ਨੂੰ ਸਿਚੁਏਸ਼ਨ ਥ੍ਰੈਟਫੁਲ ਵੀ ਲੱਗਦੀ ਆ, ਐਨਜ਼ਾਈਟੀ ਵੀ ਉਹਨੂੰ ਫੀਲ ਹੁੰਦੀ ਆ ਐਂਡ ਬੋਡੀ ਸੈਂਸੇਸ਼ਨਸ ਆਉਂਦੀਆਂ ਦੈਨ ਫਾਈਨਲੀ ਦਿਸ ਕੈਨ ਲੀਡ ਟੂ ਦ ਕੈਟਾਸਟ੍ਰੋਫਿਕ ਰਿਐਕਸ਼ਨ ਜਿਹਨੂੰ ਆਪਾਂ ਬੋਲ ਦਿੰਦੇ ਆ ਪੈਨਿਕ ਅਟੈਕ। ਠੀਕ ਹੈ, ਸੋ ਪੈਨਿਕ ਅਟੈਕ ਦੇ ਵਿੱਚ ਕੀ ਹੁੰਦਾ ਪਰਸਨ ਵਿਲ ਫੀਲ ਲਾਈਕ ਆਈ ਐਮ ਸਟਰਗਲਿੰਗ ਟੂ ਬ੍ਰੈਥ। ਠੀਕ ਹੈ, ਕਿ ਉਹਨੂੰ ਸਾਹ ਨਹੀਂ ਆਉਂਦਾ। ਠੀਕ ਹੈ, ਸਟਰਗਲਿੰਗ ਟੂ ਬ੍ਰੈਥ ਹੋਊਗਾ ਐਂਡ ਦੈਨ ਦ ਸੈਕਿੰਡ ਫੀਲਿੰਗ ਵਿਲ ਬੀ ਆਈ ਐਮ ਗੋਇੰਗ ਟੂ ਡਾਈ। ਸੋ ਦਿਸ ਇਜ਼ ਅ ਸਾਈਕਲ ਆਫ ਦੀ ਪੈਨਿਕ ਅਟੈਕ। ਸੋ ਇਹ ਜਿਹੜੇ ਸਾਰੇ ਈਵੈਂਟਸ ਆ ਤੁਸੀਂ ਇਹਨੂੰ ਕੀ ਆ ਅਰੇਂਜ ਕਰਨਾ ਸੀਗਾ। ਸੋ ਸਭ ਤੋਂ ਪਹਿਲਾਂ ਕੀ ਆਉਂਦਾ ਟ੍ਰਿਗਰ ਸਟਿਮੂਲਾਈ। ਸੋ ਆਪਸ਼ਨ 5th ਆਉਣਾ ਸੀਗਾ ਫਸਟ ਨੰਬਰ 'ਤੇ। ਸੋ ਬੀ ਵੀ ਹੋ ਸਕਦਾ, ਸੀ ਵੀ ਹੋ ਸਕਦਾ। ਦੈਨ ਉਸ ਤੋਂ ਬਾਅਦ ਕੀ ਆਉਂਦਾ ਪਰਸੀਵ ਥ੍ਰੈਟ। ਪਰਸੀਵ ਥ੍ਰੈਟ 5th ਤੋਂ ਬਾਅਦ ਆਊਗਾ ਆਪਸ਼ਨ 3rd ਆਊਗਾ। ਦੈਨ ਪਰਸੀਵ ਥ੍ਰੈਟ ਤੋਂ ਬਾਅਦ ਕੀ ਆ ਐਪਰੀਹੈਂਸ਼ਨ ਔਰ ਫੀਲਿੰਗ ਆਫ ਵਰੀ। ਦੈਨ ਐਪਰੀਹੈਂਸ਼ਨ ਇੱਥੇ ਹੈਗਾ ਆ A1। ਸੋ 1 ਆਊਗਾ। ਐਪਰੀਹੈਂਸ਼ਨ ਤੋਂ ਬਾਅਦ ਬੋਡੀ ਸੈਂਸੇਸ਼ਨ। ਬੋਡੀ ਸੈਂਸੇਸ਼ਨ ਇਜ਼ ਆਪਸ਼ਨ 2nd and at last ਕੀ ਹੈਗਾ ਆ interpretation of sensation as a catastrophic reaction. So option 4 ਆਊਗਾ। So here the right answer of this question is option C. ਠੀਕ ਹੈ, ਸੋ ਇਹ panic attack psychiatric nursing ਦਾ question ਸੀਗਾ। So with this moving towards the next question. So next question ਹੈਗਾ which of the following sign and symptoms indicate the salicylate toxicity. ਸੋ ਵਟ ਇਜ਼ ਸੈਲੀਸਾਈਲੇਟ। ਸੋ ਸੈਲੀਸਾਈਲੇਟ ਦਾ ਜੋ ਮੋਸਟ ਕਾਮਨ ਐਗਜ਼ਾਮਪਲ ਤੁਸੀਂ ਸੁਣਿਆ ਵੀ ਹੁੰਦਾ ਸਾਰਿਆਂ ਨੇ ਡੈਟ ਇਜ਼ ਦੀ ਐਸਪਿਰਿਨ। ਹੁਣ ਆਪਾਂ ਕਿਉਂ ਯੂਜ਼ ਕਰਦੇ ਹਾਂ ਸੈਲੀਸਾਈਲੇਟਸ? ਇਟ ਇਜ਼ ਕਾਮਨਲੀ ਯੂਜ਼ਡ ਫॉर ਟ੍ਰੀਟਮੈਂਟ ਆਫ ਹੈਡੇਕ, ਫੀਵਰ, ਇਨਫਲਾਮੇਸ਼ਨ। ਠੀਕ ਹੈ, ਓਕੇ, ਸੋ ਇਸ ਕੁਐਸਚਨ ਦੇ ਵਿੱਚ ਤੁਹਾਨੂੰ ਪੁੱਛਿਆ ਕਿ ਸਾਈਨ ਐਂਡ ਸਿੰਪਟਮਸ ਕੀ ਆ ਸੈਲੀਸਾਈਲੇਟ ਟੌਕਸਿਸਿਟੀ ਦੇ। ਸੋ ਦ ਕਲਾਸੀਕਲ ਸਾਈਨ ਐਂਡ ਸਿੰਪਟਮਸ ਆਫ ਸੈਲੀਸਾਈਲੇਟ ਟੌਕਸਿਸਿਟੀ ਆਰ ਦ ਰਿੰਗਿੰਗ ਇਨ ਈਅਰਸ, ਟੈਨਾਈਟਸ ਹੁੰਦਾ, ਨੋਜ਼ੀਆ, ਅਬਡੋਮੀਨਲ ਪੇਨ ਐਂਡ ਇਨਕਰੀਜ਼ ਬਰੀਦਿੰਗ ਰੇਟ ਔਰ ਰੈਸਪੀਰੇਟਰੀ ਰੇਟ। So here जो right answer of this question बनूगा that is option D, ringing in ears. So option D is the right answer of this question. So with this moving towards the next question. So next question हैगा urinary bladder is lined with simple epithelium, stratified epithelium, transitional और pseudo stratified. So जो urinary bladder है it is lined with the transitional epithelium, option C. Transitional epithelial tissue and this transitional epithelial tissue has the ability to stretch itself and stretching ਦੇ ਨਾਲ ਕੀ ਹੋਊਗਾ the urinary bladder can accommodate the large volume of the urine. ਠੀਕ ਹੈ, so the transitional epithelium also provide the protection to the underlying tissue from the acidic or alkaline urine.
So urinary bladder is lined with transitional epithelium, and right option is option C. Correct. So with this, moving towards our next question. So next question is from psychiatric nursing or psychology. So which of the following categories would a 70-year-old adult be placed in? So 70-year-old adult as per the Erikson psychosocial theory ਕਿਹੜੀ ਕੈਟੇਗਰੀ ਚ ਆਊਗਾ? ਸੋ ਆਪਸ਼ਨਸ ਹੈਗੇ ਆ ਇੰਟੀਮੇਸੀ ਵਰਸਸ ਆਈਸੋਲੇਸ਼ਨ, ਜਨਰੇਟਿਵਿਟੀ ਵਰਸਸ ਸਟੈਗਨੇਸ਼ਨ, option C is integrity versus disappear, and option D is longevity versus guilt. ਸੋ ਇਹ ਜਿਹੜਾ ਕੁਐਸਚਨ ਆ ਪੁੱਛਿਆ ਗਿਆ ਆ ਸਾਈਕੋਸੋਸ਼ਲ ਥਿਊਰੀ ਵਿਚ ਇਜ਼ ਗਿਵਨ ਬਾਈ ਦਾ ਅਰਿਕਸਨ। ਸੋ ਫਸਟ ਈਅਰ ਤੋਂ ਹੀ ਆਪਾਂ ਕੁਐਸਚਨ ਪੜ੍ਹਦੇ ਹਾਂ। ਸੋ ਆਪਸ਼ਨ ਡੀ ਤਾਂ ਇੱਥੇ ਰੋਂਗ ਆ, ਠੀਕ ਹੈ, ਬਿਕੋਜ਼ ਇਹ ਕੋਈ ਸਟੇਜ ਨਹੀਂ ਆਉਂਦੀ ਐਜ਼ ਪਰ ਦੀ ਅਰਿਕਸਨ ਥਿਊਰੀ। ਸੋ ਆਪਾਂ ਸਟਾਰਟ ਕਰਦੇ ਹਾਂ ਇੰਟੀਮੇਸੀ ਵਰਸਸ ਆਈਸੋਲੇਸ਼ਨ ਤੋਂ। ਸੋ ਜੋ ਇੰਟੀਮੇਸੀ ਵਰਸਸ ਆਈਸੋਲੇਸ਼ਨ ਆ, ਇਟ ਇਜ਼ ਪ੍ਰੈਜ਼ੈਂਟ ਐਟ ਦੀ ਏਜ ਆਫ 90 to 40 ਈਅਰ। ਸੋ 90 ਈਅਰ ਤੋਂ ਬਾਅਦ ਕੀ ਹੁੰਦਾ ਆ, ਇੰਟੀਮੇਟ ਰਿਲੇਸ਼ਨਸ਼ਿਪਸ ਦਾ ਮੇਨ ਗੋਲ ਇੱਥੇ ਕੀ ਬਣਦਾ ਆ, ਮੈਰਿਜ, ਠੀਕ ਹੈ। ਸੋ ਮੈਰਿਜ ਅਗਰ ਹੁੰਦੀ ਆ ਦੈਨ ਡੈਟ ਇਜ਼ ਅ ਸਕਸੈਸਫੁਲ ਅਟੈਂਪਟ ਆਫ ਦਿਸ ਸਟੇਜ। ਸੋ ਉਹਦੇ ਨਾਲ ਕੀ ਹੋਊਗਾ, ਸਟਰੋਂਗ ਐਂਡ ਇੰਟੀਮੇਟ ਰਿਲੇਸ਼ਨਸ਼ਿਪਸ ਬਣਨਗੇ, ਠੀਕ ਹੈ, ਫੈਮਲੀਜ਼ ਫਾਰਮ ਹੁੰਦੀਆਂ ਇੱਥੇ, ਐਂਡ ਫੇਲੀਅਰ ਐਟ ਦਿਸ ਸਟੇਜ ਲੀਡਸ ਟੂ ਦਾ ਆਈਸੋਲੇਸ਼ਨ, ਲੋਨਲੀਨੈਸ ਐਂਡ ਡਾਈਵੋਰਸ, ਠੀਕ ਹੈ। ਸੋ ਇਹ ਜੋ ਗੋਲ ਹੈਗਾ ਆ ਡੈਟ ਇਜ਼ ਫॉर ਦੀ ਯੰਗ ਅਡਲਟ 90 to 40 ਈਅਰ। So next is generativity versus stagnation. So generativity versus stagnation can be present at 40 to 65 years. Means कि middle adult ਦੇ ਲਈ ਇਹ ਹੋਏਗਾ generativity versus stagnation. ਹੁਣ generativity name ਤੋਂ ਹੀ clear ਹੈ ਕਿ ਕੁਝ generate ਕੀਤਾ, ਠੀਕ ਹੈ, generate ਕੀਤਾ ਤੁਸੀਂ ਆਪਣੀ family ਲਈ, ਇਸ world ਦੇ ਲਈ, ਜਾਂ ਆਪਣੀ ਆਉਣ ਵਾਲੀ generation ਦੇ ਲਈ, ਠੀਕ ਹੈ। ਸੋ ਇਸ ਸਟੇਜ ਦੇ ਵਿੱਚ ਆ ਕੇ 40 to 65 ਈਅਰਸ ਦੇ ਵਿੱਚ ਕਈ ਵਾਰੀ ਜਿੱਦਾਂ ਸਾਡੇ ਪੈਰੈਂਟਸ ਵੀ ਕਹਿੰਦੇ ਆ ਕਿ ਅਸੀਂ ਤੁਹਾਡੇ ਲਈ ਇੰਨਾ ਕੁਝ ਕੀਤਾ, ਠੀਕ ਹੈ। ਇੰਨਾ ਕੁਝ ਕੀਤਾ ਦਾ ਕੀ ਮਤਲਬ ਆ ਕਿ ਇੰਨਾ ਆਉਣ ਵਾਲੀ ਜਨਰੇਸ਼ਨ ਦੇ ਲਈ ਆਪਾਂ ਜਨਰੇਟ ਕੀਤਾ, ਠੀਕ ਹੈ। ਸੋ ਅਗਰ ਸਕਸੈਸਫੁਲ ਅਟੈਂਪਟ ਹੁੰਦਾ ਆਫ ਦਿਸ ਸਟੇਜ ਦੈਨ ਦਿਸ ਲੀਡਸ ਟੂ ਦਾ ਫੀਲਿੰਗ ਆਫ ਅਕੰਪਲਿਸ਼ਮੈਂਟ, ਠੀਕ ਹੈ, ਯੂਜ਼ਫੁਲਨੈਸ ਐਂਡ ਅਕੰਪਲਿਸ਼ਮੈਂਟ ਦੀ ਫੀਲਿੰਗ ਆਊਗੀ। ਐਂਡ ਅਗਰ ਇਸ ਸਟੇਜ ਦੇ ਉੱਤੇ ਫੇਲੀਅਰ ਹੋ ਜਾਂਦੀ ਆ ਕਿ ਤੁਸੀਂ ਸਕਸੈਸਫੁਲ ਪੈਰੈਂਟਸ ਨਹੀਂ ਬਣ ਪਾਉਂਦੇ, ਤੁਸੀਂ ਆਪਣੀ ਸੁਸਾਇਟੀ ਲਈ ਕੁਝ ਨਹੀਂ ਕੀਤਾ, ਦੈਨ ਦਿਸ ਕੈਨ ਲੀਡ ਟੂ ਦਾ ਸ਼ੈਲੋ ਇਨਵੋਲਵਮੈਂਟ ਇਨ ਅ ਵਰਲਡ। So if at the age of 40 to 65 year person achieve generativity, then that's great. Otherwise the person will develop the sense of the stagnation, ठीक है। ਹੁਣ stagnation ਦੇ ਨਾਲ ਕੀ ਹੋਊਗਾ, health poor ਹੋਊਗੀ, poor quality of relationships ਹੋਣਗੇ, social relationships poor ਹੋਣਗੇ, and decrease life satisfaction ਹੋਊਗੀ, ਠੀਕ ਹੈ। ਬਿਕੋਜ਼ ਫੀਲਿੰਗ ਇਹ ਆਊਗੀ ਕਿ ਅਸੀਂ ਆਪਣੀ ਫੈਮਿਲੀ ਲਈ ਕੁਝ ਨਹੀਂ ਕੀਤਾ, ਅਸੀਂ ਇਸ ਵਰਲਡ ਲਈ ਕੁਝ ਨਹੀਂ ਕੀਤਾ, ਐਂਡ ਇੱਕ ਬੋਰਡਮ ਐਂਡ ਡਿਸਸੈਟਿਸਫੈਕਸ਼ਨ ਵਾਲੀਆਂ ਫੀਲਿੰਗਸ ਆਉਣੀਆਂ ਸਟਾਰਟ ਹੋਣਗੀਆਂ ਇਸ ਏਜ ਦੇ ਉੱਤੇ ਆ ਕੇ। ਐਂਡ ਲਾਸਟ ਜੋ ਇਸ ਕੁਐਸਚਨ 'ਚ ਪੁੱਛਿਆ ਕਿ 70 ਈਅਰ ਓਲਡ ਅਡਲਟ ਹੈਗਾ ਆ, ਉਹ ਕਿਹੜੀ ਸਟੇਜ ਦੇ ਵਿੱਚ ਆਊਗਾ, ਉਹ ਆਊਗਾ ਇੰਟੀਗ੍ਰਿਟੀ, ਮੀਨਸ ਕਿ ਈਗੋ ਇੰਟੀਗ੍ਰਿਟੀ ਵਰਸਸ ਡਿਸਅਪੀਅਰ, ਠੀਕ ਹੈ। ਸੋ 65 ਈਅਰ ਤੋਂ ਟਿਲ ਡੈਥ ਤੱਕ ਇਹ ਸਟੇਜ ਸਟਾਰਟ ਹੁੰਦੀ ਆ। ਸੋ ਇਸ ਸਟੇਜ ਦੇ ਵਿੱਚ ਕੀ ਹੁੰਦਾ ਆ, ਈਗੋ ਇੰਟੀਗ੍ਰਿਟੀ ਮੀਨਸ ਕਿ ਓਲਡਰ ਅਡਲਟ ਨੀਡ ਟੂ ਲੁੱਕ ਬੈਕ ਔਨ ਦੇਅਰ ਲਾਈਫ, ਐਂਡ ਅਗਰ ਉਹਨਾਂ ਦੀ ਲਾਈਫ 'ਚ ਸਭ ਅਚੀਵ ਕਰ ਲਿਆ, ਉਹਨਾਂ ਦੇ ਸੋਸ਼ਲ ਰਿਲੇਸ਼ਨਸ਼ਿਪਸ ਬਹੁਤ ਵਧੀਆ ਆ, ਫੈਮਿਲੀ ਰਿਲੇਸ਼ਨਸ਼ਿਪਸ ਬਹੁਤ ਵਧੀਆ ਆ, ਉਹਨਾਂ ਨੇ ਕੁਝ ਜਨਰੇਟ ਕੀਤਾ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਲਈ, then the person will have the feeling of the fulfillment, ਠੀਕ ਹੈ, ਕਿ ਆਪਾਂ ਸਭ ਕੁਝ ਅਚੀਵ ਕਰ ਲਿਆ ਜੋ ਸਾਨੂੰ ਲਾਈਫ ਦੇ ਵਿੱਚ ਚਾਹੀਦਾ ਸੀਗਾ, ਠੀਕ ਹੈ। ਸੋ ਸਕਸੈਸ ਐਟ ਦਿਸ ਸਟੇਜ ਲੀਡਸ ਟੂ ਦਾ ਫੀਲਿੰਗ ਆਫ ਵਿਜ਼ਡਮ, ਐਂਡ ਫੇਲੀਅਰ ਰਿਜ਼ਲਟ ਇਨ ਟੂ ਦਾ ਰਿਗਰੈਟ, ਬਿਟਰਨੈਸ ਐਂਡ ਡਿਸਪੇਅਰ, ਠੀਕ ਹੈ। ਸੋ ਇਹ ਹੈਗਾ ਹੈ ਈਗੋ ਇੰਟੀਗ੍ਰਿਟੀ ਵਰਸਸ ਡਿਸਅਪੀਅਰ। ਸੋ ਇਹ ਸਾਰੀਆਂ ਸਟੇਜਸ ਹੀ ਬਹੁਤ ਇੰਪੋਰਟੈਂਟ ਆ ਤੁਹਾਡੇ ਆਉਣ ਵਾਲੇ ਐਗਜ਼ਾਮ ਦੇ ਲਈ। ਐਗਜ਼ਾਮ ਦੇ ਨਾਲ ਨਾਲ ਤੁਹਾਡੀ ਜੋ ਪ੍ਰੈਕਟੀਕਲ ਲਾਈਫ ਹੈਗੀ ਆ ਉਹਦੇ ਵਿੱਚ ਵੀ ਇਹ ਸਿਚੁਏਸ਼ਨ ਸਾਰੀਆਂ ਤੁਸੀਂ ਫੇਸ ਕਰਦੇ ਆ ਆਪਣੀ ਡਿਫਰੈਂਟ ਏਜਸ ਦੇ ਉੱਤੇ ਜਾ ਕੇ। ਸੋ ਇੱਕ ਬਹੁਤ ਇੰਪੋਰਟੈਂਟ ਟੌਪਿਕ ਆ, ਇਹਨੂੰ ਮੈਂ ਇੱਕ ਸੈਪਰੇਟ ਵੀਡੀਓ ਬਣਾ ਕੇ ਕਵਰ ਕਰੂੰਗੀ, ਇੱਕ ਸਟੇਜ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਡਿਸਕਸ ਕਰਾਂਗੇ। ਸੋ ਹੇਅਰ ਦਾ ਰਾਈਟ ਆਨਸਰ ਆਫ ਦਿਸ ਕੁਐਸਚਨ ਇਜ਼ ਈਗੋ ਇੰਟੀਗ੍ਰਿਟੀ ਵਰਸਸ ਡਿਸਅਪੀਅਰ. So option C is the right answer of this question. So next question is, which of the following pair is not a negative symptom of schizophrenia? Means कि तुसी find out करना है इत्थे positive symptom of schizophrenia. So negative symptom means कि कुछ remove हो रहा person दी personality चों. So option A is emotional flattening and asociality. Emotional flattening means कि poor emotional expression,
एंड ए सोशियलिटी मीन्स के पुअर सोशल रिलेशनशिप्स, सो दिस इज अ नेगेटिव सिम्टम, ये ठीक है. सो नेक्स्ट इज एनहाइडोनिया एंड ए मोटिवेशन. एनहाइडोनिया मीन्स के व्हेन द पर्सन लूज ऑल द इंटरस्ट एंड डजंट फील प्लेयर इन एनी एक्टिविटी. ठीक है, सो ਉਹਨੂੰ ਕਿਸੇ ਵੀ ਕੰਮ 'ਚ ਕੋਈ ਵੀ ਗੋਲ ਅਕੰਪਲਿਸ਼ਮੈਂਟ ਕਰਨ ਦੇ ਉੱਤੇ ਕੋਈ ਪਲੇਅਰ ਫੀਲ ਨਹੀਂ ਹੋਊਗਾ, ਡੈਟ ਇਜ਼ ਦੀ ਐਨਹਾਈਡੋਨੀਆ. ਐਂਡ ਇਹ ਮੋਟੀਵੇਸ਼ਨ ਕੀ ਆ ਕਿ ਕੋਈ ਵੀ ਕੰਮ ਸਟਾਰਟ ਕਰਨ ਦੇ ਲਈ ਜਾਂ ਕਿਸੇ ਵੀ ਕੰਮ ਨੂੰ ਕੰਪਲੀਟ ਕਰਨ ਦੇ ਲਈ ਮੋਟੀਵੇਸ਼ਨ ਨਹੀਂ ਮਿਲ ਰਹੀ, ਸੋ ਦਿਸ ਇਜ਼ ਅ ਨੈਗੇਟਿਵ ਸਿੰਪਟਮ. ਠੀਕ ਹੈ, ਸੋ ਇਹ ਵੀ ਆਨਸਰ ਨਹੀਂ ਹੋ ਸਕਦਾ ਇਸ ਕੁਐਸਚਨ ਦਾ. ਨੈਕਸਟ ਹੈਗਾ ਪੋਵਰਟੀ ਆਫ ਸਪੀਚ ਐਂਡ ਏਪੈਥੀ. ਸੋ ਪੋਵਰਟੀ ਆਫ ਸਪੀਚ ਦੇ ਨਾਲ ਨਾਲ ਏਪੈਥੀ ਆ ਮੀਨਸ ਕਿ ਇਨਡਿਫਰੈਂਟ ਜਿਹਾ ਆ, ਉਹਨੂੰ ਕਿਸੇ ਵੀ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ, ਸੋ ਇਹ ਵੀ ਨੈਗੇਟਿਵ ਸਿੰਪਟਮ ਆ. ਐਂਡ ਆਪਸ਼ਨ ਡੀ ਹੈਗਾ ਹੈਲੂਸੀਨੇਸ਼ਨ ਐਂਡ ਬਿਜ਼ਾਰੇ ਬਿਹੇਵੀਅਰ. So hallucination and bizarre behavior are the positive signs of the schizophrenia. So hallucination can be auditory, it can be visual, it can be tactile, it can be gustatory. बहुत सारियां types are hallucinations दियां. And bizarre behavior की है, it is the unusual behavior. So these are the positive symptoms of the schizophrenia. So rest all are the negative symptoms of schizophrenia. So with this, moving towards the next question. So next question is, a nurse is providing a teaching session to a client who has a ulcerative colitis. So nurse will instruct the client about which diet? Carbohydrate rich diet, high caloric and high protein diet, high calcium and high potassium diet, and option D is low residue, low fiber diet. So ulcerative colitis is a condition in which the main symptom is a bloody diarrhea. ठीक है, ਹੁਣ bloody diarrhea is the main symptom, and for this condition low residue and low fiber diet is recommended. ठीक है, so the right answer of this question is option D. So with this, next question is the World Health Day is observed on. So very easy question. The answer is 7th April, option A. So next question देखते हैं. So next question is, which of these assessment findings should nurse expect to identify as early clinical manifestations of multiple sclerosis? So multiple sclerosis is a neurological disorder. ठीक है, and इस condition च हुंदा की आ demyelination start हुंदी आ. ठीक है, demyelination ਦਾ ਕੀ ਮਤਲਬ ਆ, ਜੋ ਮਾਈਲਿਨ ਸ਼ੀਥ ਹੁੰਦੀ ਆ ਨਿਊਰੋਨ ਦੀ, ਉਹਦੀ ਡਿਸਟਰਕਸ਼ਨ ਹੋਣ ਲੱਗਦੀ ਆ, ਜਿਹਦੇ ਕਰਕੇ ਜੋ ਇੰਪਲਸਿਸ ਆ ਉਹਨਾਂ ਦੀ ਕੰਡਕਸ਼ਨ ਸਲੋ ਹੋ ਜਾਂਦੀ ਆ, ਐਂਡ ਇਵੈਂਚੁਅਲੀ ਦਿਸ ਕੈਨ ਲੀਡ ਟੂ ਦ ਲਾਸ ਆਫ ਦੀ ਫੰਕਸ਼ਨਸ. ਐਂਡ ਇਸ ਕੰਡੀਸ਼ਨ ਦੇ ਤੁਸੀਂ ਅਰਲੀ ਕਲੀਨਿਕਲ ਮੈਨੀਫੈਸਟੇਸ਼ਨਸ ਦੱਸਣੇ ਆ. ਆਪਸ਼ਨਸ ਹੈਗੇ ਆ ਡਿਮੈਂਸ਼ੀਆ, ਮਸਲ ਐਟ੍ਰੋਫੀ, ਦੈਨ ਵਿਜ਼ਨ ਲਾਸ ਐਂਡ ਕਲੋਨਸ. ਸੋ ਕਲੋਨਸ ਕੀ ਹੁੰਦਾ ਆ? ਕਲੋਨਸ ਇਜ਼ ਅ ਰਿਦਮਿਕ ਕੰਟਰੈਕਸ਼ਨ ਵੈਨ ਅ ਮਸਲ ਇਜ਼ ਸਟ੍ਰੈਚਡ. So it's a sign of the nerve damage, but it's not an early sign of the multiple sclerosis. So this is seen with the progression of the disease. So early sign ਤਾਂ ਫਿਰ ਨਹੀਂ ਹੈਗਾ clonus. So option C ਹੈਗਾ vision loss. So vision loss and eye pain, ਜਿਹਨੂੰ ਆਪਾਂ ਬੋਲ ਦਿੰਦੇ ਹਾਂ optic neuritis. So this is a early clinical manifestation of the multiple sclerosis. Clear? So option C ਬਿਲਕੁਲ ਸਹੀ ਹੈ ਇੱਥੇ, it is a early manifestation. So option B is a muscle atrophy. So muscle atrophy is the late sign of the multiple sclerosis, and this is caused by disuse of the group of the muscles. And बचिया केड़ा? Option A, dementia. So dementia is uncommon and found only in the severely affected patients. So the right answer of this question is vision loss. Clear? Okay, so with this, moving towards the next question. The furosemide act on which part of nephron? So furosemide is a loop diuretic and this works by increasing the excretion of the sodium. ठीक है, एक तो सोडियम दी excretion increase करवाਉਂਦੀ ਆ, दूसरा की है water दी. ठीक है, sodium and water दी excretion increase कराਉਂਦੀ ਆ while inhibiting the reabsorption in ascending limb of loop of Henle. So here the right answer of this question is option C, ascending limb of loop of Henle. So with this, moving towards the next question. Next question हैगा या, which of the following describe the cognitive triad of depression? So depression ਦਾ question ਆ and ਤੁਸੀਂ cognitive triad ਦੱਸਣਾ ਹੈ depression ਦਾ. So ਇੱਕ ਮੈਂ ਤੁਹਾਨੂੰ model ਦਿਖਾਨੀ ਆ, ਇਹ model ਹੈਗਾ which is given by the Aaron Beck. So Aaron Beck ਦਾ cognitive triad model ਆ, and according to this model the person with depression has a negative view about world. ठीक है, सो वर्ल्ड ਦੇ ਲਈ ਕੀ ਆ ਨੈਗੇਟਿਵ ਵਿਊ ਹੋਣਗੇ, ਦੈਨ ਨੈਗੇਟਿਵ ਵਿਊ ਹੋਊਗਾ ਅਬਾਊਟ ਵਨ ਸੈਲਫ. ਠੀਕ ਹੈ, ਆਪਣੇ ਆਪ ਲਈ ਵੀ ਨੈਗੇਟਿਵ ਵਿਊ ਹੋਣਗੇ, ਐਂਡ ਨੈਗੇਟਿਵ ਵਿਊ ਹੋਣਗੇ ਅਬਾਊਟ ਦੀ
फ्यूचर, ठीक है, कि मैं वर्थलैसनैस हाँ, मेरा कोई फ्यूचर नहीं हैगा। दैन होपलैसनैस आ जाती है, ठीक है, अपने लिए बहुत नैगेटिव फीलिंग्स आदियाँ। एंड हैल्पलैसनैस आ जाती है कि मैं अपने लिए ਜਾਂ वर्ड ਦੇ ਲਈ कुछ कर नहीं सकता, ठीक है, मैं अपनी फैमिली लिए कुछ नहीं कर सकता। सो जो कॉग्निटिव ट्रायड के अकॉर्डिंग जो मेन मैनीफेस्टेशंस आदियाँ, डैट इज़ अ होपलैसनैस, वर्थलैसनैस एंड हेल्पलैसनैस। सो हियर द राइट आंसर ऑफ दिस क्वेश्चन इज ऑप्शन डी, hopelessness, worthlessness and helplessness. So with this, moving towards the next question. So next question is a perception that occurs when the sensory stimulus is present, ठीक है, stimulus is present but incorrectly perceived, means कि ਉਹਦੀ misinterpretation हो रही है, then this condition is known as hallucination, delusion, illusion or neologism. Okay, so the right answer of this question is option C, illusion. So illusion is the condition in which the stimuli is present but the person misinterpret that stimuli. For example, room ਦੇ ਵਿੱਚ ਇੱਕ rope ਪਈ ਹੋਈ ਆ and the person perceived that rope as a snake, ठीक है, so misinterpretation ਹੋਈ ਆ but stimuli है, so this is the illusion. सो डिल्यूजन की आ, डिल्यूजन एक थॉट डिसऑर्डर आ एंड इत्थे गल हो रही आ परसैप्शन की। सो डिल्यूजन तो तुसीं पहले ही एलिमिनेट कर सकते सीगे, ठीक है, बिकॉज इट इज़ अ थॉट डिसऑर्डर जिहदे विच की आ कि परसन नूं कंसिस्टेंट थॉट्स आउंदियां एंड द थॉट्स हुंदियां आ तुसीं रिमूव नहीं कर सकते विद एनी टाइप ऑफ द एक्सप्लानेशन, ठीक है। सो डिल्यूजन ऑफ रेफरेंस, डिल्यूजन ऑफ परसिक्वेशन एंड और बहुत सारे डिल्यूजन्स आ। सो डिल्यूजन इज़ अ थॉट डिसऑर्डर। सो नैक्सट हैगा आ हेलुसिनेशन। सो हेलुसिनेशन इज अ परसैप्शन डिसऑर्डर इन दिस द पर्सन इज परसीविंग द स्टिमुलाई बट देर इज नो स्टिमुलाई प्रेजेंट इन अ एनवायरमेंट, ठीक है। सो हम पर्सन नूं परसैप्शन हो रही आ बट एज सच एनवायरमेंट कोई स्टिमुलाई नहीं हैगा, ठीक है। सो कल की वीडियो च मैं गल की सीगी कमांड हेलुसिनेशनस की। सो अगर तुसीं वो वीडियो नहीं देखी दैन तुसीं ज़्यादा क्लैरिफिकेशन दे लई वो वीडियो देख सकते हैं। सो ਉਹਦੇ ਵਿੱਚ मैं सारियां फर्स्ट परसन हेलुसिनेशनस की ਹੁੰਦੀਆਂ, सैकेंड परसन, थर्ड परसन सारा डिस्कस किया सीगा। एंड ऑप्शन डी इज़ द नियोलॉजिज्म, ठीक है। सो नियोलॉजिज्म इज़ द इन्वेंशन ऑफ द न्यू वर्ड्स। सो जो न्यू वर्ड्स होणगे वो पेशेंट के लिए ही होणगे, नॉर्मल लोगों नूं उन्हां वर्ड्स का नहीं पता होगा। सो द राइट आंसर ऑफ दिस क्वेश्चन इज ऑप्शन सी, illusion. So it is a perception disorder. So with this, moving towards the next question. So next question is a patient who is experiencing a stroke is being monitored during the acute management phase and the clinician notes that the patient intracranial pressure is 30 mm of mercury which is increased ICP. So which of the following intervention should be taken first? सो फर्स्टली तुसीं किहड़ी इंटरवेंशन लैनी आ। सो मैं रीसेंटली काफ़ी वीडियोज़ दे विच डिस्कस कर चुकी हैं कि स्ट्रोक वाले पेशेंट दे विच जो फर्स्ट नर्सिंग इंटरवेंशन हुंदी आ डैट इज़ टू प्रोवाइड द फॉलोअर पोजिशन, मीनस के रेज द हैड ऑफ द बेड टू द 30 डिग्री। सो दिस विल हेल्प इन द वेनस ड्रेनेज फ्रॉम द हैड एंड दिस कैन लीड टू द डिक्रीज ICP जो कि इत्थे पेशेंट का इनक्रीज होया होया। सो द राइट आंसर ऑफ दिस क्वेश्चन इज ऑप्शन डी एंड ये नाल नाल तुसीं पेशेंट नूं एक मिड लाइन पोजिशन दे विच रखना हुंदा आ टू मेनटेन द नॉर्मल ICP. So right answer is option D. With this, moving towards the next question. So next question हैगा which of the following is the best method to relieve the constipation during pregnancy? So during pregnancy constipation ਨੂੰ relieve ਕਰਨ ਦੇ ਲਈ ਇਹਨਾਂ ਵਿੱਚੋਂ best intervention ਕਿਹੜੀ ਆ? So the right answer of this question is option B, increase the intake of vegetables and fruits. सो वैजीटेबल एंड फ्रूट्स की आ एक बल्क ऐड कर दियाँ, ठीक है। बल्क ऐड करन दे नाल की आ कि जो स्टूल होगा वो सॉफ्ट होगा एंड ईजीली पैसेज होगा, मीनस कि कॉन्स्टिपेशन रिलीव हो चुकी। सो द राइट आंसर ऑफ दिस क्वेश्चन इज ऑप्शन बी, इंक्रीज द इंटेक ऑफ वेजिटेबल्स एंड फ्रूट्स। सो फाइबर ऐड करनगे ये। सो नैक्सट क्वेश्चन देखते हैं, क्वेश्चन नंबर 29. सो ड्यूरिंग विच वीक द फीटल हार्ट बिगिन पंपिंग इट्स ओन ब्लड? सो ऑप्शंस है थर्ड वीक, फोर्थ वीक, फिफ्थ वीक और सिक्स्थ वीक। सो द आंसर ऑफ दिस क्वेश्चन इज ऑप्शन ए, थर्ड वीक, मीनस के 21 डेज। सो जो बेबी का हार्ट बीट हैगी है दिस कैन बी डिटेक्टेड वाया अल्ट्रासाउंड एज अर्ली एज 3 वीक्स आफ्टर द conception. So here the right answer is option A, third week. Okay, so with this moving towards the last question of today's video, question number 30. So during which war United States asked the Florence Nightingale assistance in setting up the military hospitals? So option है Crimean War, World War I, World War II और Civil War.
So the right answer of this question is option A, Crimean War. And in this war, the Florence Nightingale cared the British soldiers, which was intended to limit the Russian spread in Europe. So the right answer of this question is option A, Crimean War. Okay, so that's all about the today's question. So till now ਆਪਾਂ 30 questions discuss ਕੀਤੇ ਆ. Part 1 ਚ ਤੁਹਾਨੂੰ first 15 questions ਮਿਲ ਜਾਣਗੇ. ਸੋ ਆਈ ਹੋਪ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਜੋ BFGHS ਦਾ ਸਟਾਫ ਨਰਸਿਸ ਦਾ ਐਂਡ GMCH ਦਾ ਜੋ ਨੈਕਸਟ ਸਟਾਫ ਨਰਸ ਦਾ ਐਗਜ਼ਾਮ ਹੋਣ ਜਾ ਰਿਹਾ, ਉਹਨਾਂ ਐਗਜ਼ਾਮ ਦੇ ਵਿੱਚ ਇਹ ਵੀਡੀਓਜ਼ ਤੁਹਾਡੀ ਹੈਲਪ ਕਰਨੀਆਂ. ਐਂਡ ਅਗਰ ਜਿੱਥੇ ਵੀ ਤੁਹਾਨੂੰ ਲੋੜ ਹੁੰਦੀ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਆਪਣੇ ਹੈਂਡ ਰਿਟਨ ਨੋਟਸ ਬਣਾ ਸਕਦੇ ਆ. ਐਂਡ ਇਫ ਯੂ ਆਰ ਰੀਅਲੀ ਲਾਈਕਿੰਗ ਦਾ ਕੰਟੈਂਟ ਐਂਡ ਵੀਡੀਓਜ਼ ਦੈਨ ਵੀਡੀਓਜ਼ ਨੂੰ ਤੁਸੀਂ ਆਪਣੇ ਸਰਕਲ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਸਕਦੇ ਆ, ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਐਂਡ ਮੇਰੀ ਮੋਟੀਵੇਸ਼ਨ ਦੇ ਲਈ ਵੀਡੀਓਜ਼ ਨੂੰ ਲਾਈਕ ਐਂਡ ਆਪਣੀ ਫੀਡਬੈਕ ਕਮੈਂਟ ਸੈਕਸ਼ਨ 'ਚ ਪ੍ਰੋਵਾਈਡ ਕਰ ਸਕਦੇ ਆ. So with this, I'm ending this video and we'll see you in the next video tomorrow. So stay connected with Nursing Scope and thank you so much for watching.